जय मसीह री भैनों दोबारा गॉड ब्लेस यू प्रभु ਤੁਹਾਨੂੰ ਬਹੁਤ ਬਰਕਤ ਦੇਵੇ God bless you, all the brothers and sisters, mightily. ਆਓ ਸਿੱਧਾ ਪਰਮੇਸ਼ਰ ਦੇ ਵਚਨ ਚ ਜਾਵਾਂਗੇ Let's go in the Word of God directly, ਤੇ ਸਿੱਖਾਂਗੇ ਪਰਮੇਸ਼ਰ ਦਾ ਵਚਨ ਅੱਜ and we're going to learn the Word of God today. ਪਰਮੇਸ਼ਰ ਦਾ ਵਚਨ ਆਪਾਂ ਨੂੰ ਆਖਦਾ ਆ ਕਿ ਆਦ ਵਿੱਚ ਸ਼ੁਰੂ ਵਿੱਚ ਪਰਮੇਸ਼ਰ ਨੇ ਸਾਰੇ ਜਹਾਨ ਨੂੰ ਬਣਾਇਆ And ਸੀ the Word of God tells us that in the beginning, God created the whole world. ਤੇ ਪਰਮੇਸ਼ਰ ਨੇ ਦੂਤ ਬਣਾਏ And God made angels, ਸਵਰਗ He ਬਣਾਏ made heaven, ਸਾਰੀਆਂ ਧਰਤੀਆਂ all ਬਣਾਈਆਂ the earth He made, ਸਭ ਕੁਝ ਸੁੰਦਰ ਬਣਾਇਆ ਸਭ ਕੁਝ ਸੋਹਣਾ ਬਣਾਇਆ everything He made beautifully. ਪਰਮੇਸ਼ਰ ਨੇ ਤਿੰਨ ਤਰੀਕੇ ਦੇ ਐਂਜਲਸ ਬਣਾਏ ਸੀਗੇ And God made 3 different types of angels. ਪਹਿਲੇ ਨੰਬਰ ਤੇ ਉਹ ਐਂਜਲ ਸੀਗੇ ਜਿਹੜੇ ਵਰਸ਼ਿਪ ਕਰਦੇ ਸੀਗੇ ਦਿਨ ਰਾਤ And first, the angels who used to worship day and night. ਦੂਸਰੇ ਨੰਬਰ ਤੇ ਉਹ ਐਂਜਲ ਸੀਗੇ ਜਿਹੜੇ ਮੈਸੇਂਜਰ ਲੈ ਕੇ ਜਾਂਦੇ ਸੀ ਸੁਨੇਹਾ ਲੈ ਕੇ ਜਾਂਦੇ And ਸੀ the second type of angels were the messengers. ਉਹਨੂੰ ਆਪਾਂ ਡਾਕੀਆ ਐਂਜਲਸ ਵੀ ਕਹਿ ਸਕਦੇ ਹਾਂ They're like the messenger angels. ਤੀਸਰੇ ਨੰਬਰ ਤੇ ਉਹ ਐਂਜਲ ਸੀਗੇ ਜਿਹੜੇ ਲੜਾਕੂ ਸੀ ਜਿਹੜੇ ਲੜਦੇ And ਨੇ the third were the fighter angels. ਉਹਨੂੰ ਆਪਾਂ ਫੌਜੀ ਐਂਜਲ ਵੀ ਕਹਿ You ਸਕਦੇ can ਹਾਂ call them army angels. ਸੋ ਪ੍ਰਭੂ ਦੇ ਬਨੋ ਉਹਨਾਂ ਤਿੰਨਾਂ ਦੇ ਸਰਦਾਰ ਸੀਗੇ And they were leaders of all 3 troops. ਲੇਕਿਨ ਜਿਹੜੇ ਵਰਸ਼ਿਪ ਕਰਨ ਵਾਲੇ ਐਂਜਲ ਸੀਗੇ ਉਹਨਾਂ ਦਾ ਜਿਹੜਾ ਸਰਦਾਰ ਸੀਗਾ ਉਹ ਸਭ ਤੋਂ ਜ਼ਿਆਦਾ ਤਾਕਤਵਰ ਸੀਗਾ ਉਹਦਾ ਨਾਮ ਲੂਸਬੈਲ ਸੀਗਾ And the leader of the group of worship angels, he was the most powerful. His name was Lucifer. ਸੋ ਉਹ ਜਿਹੜਾ ਨਾਮ ਸੀਗਾ ਉਹ ਲੂਸਬੈਲ ਤੋਂ ਨਿਕਲਿਆ ਸੀ ਯਾਨੀ ਕਿ ਲੂਸ ਮਤਲਬ ਰੋਸ਼ਨੀ ਤੇ ਬੈਲ ਮਤਲਬ ਸੋਹਣਾ ਉਹ ਇੰਨਾ ਸੋਹਣਾ ਸੀਗਾ ਕਿ ਸਾਰੇ ਸੰਸਾਰ ਵਿੱਚ ਉਹਦੇ ਵਰਗਾ ਕੋਈ ਨਹੀਂ ਸੀ And that word Lucibel came out of Luz is like light and Bel is like beautiful. So he was the most beautiful angel. ਪਰਮੇਸ਼ਰ ਦਾ ਵਚਨ ਦੱਸਦਾ ਆ ਆਪਾਂ ਨੂੰ ਕਿ ਸਿਰਫ ਉਹੀ ਸੀਗਾ ਜਿਹੜਾ ਪਰਮੇਸ਼ਰ ਦੇ ਤਖਤ ਦੇ ਕਰੀਬ ਆ ਸਕਦਾ ਸੀ And the word of God tells us that he was the one who could come really close to the throne of God. ਹੋਰ ਕਿੰਨੇ ਵੀ ਜਿੰਨੇ ਵੀ ਐਂਜਲ ਸੀਗੇ ਉਹਨਾਂ 'ਚ ਕੋਈ ਵੀ ਪਰਮੇਸ਼ਰ ਦੇ ਤਖਤ ਦੇ ਕਰੀਬ ਨਹੀਂ ਆ ਸਕਦਾ ਸੀ ਉਹ ਇੰਨਾ ਪਰਮੇਸ਼ਰ ਦੇ ਤਖਤ ਦੇ ਕਰੀਬ ਆ ਜਾਂਦਾ ਸੀ ਸੋ ਪਰਮੇਸ਼ਰ ਦੇ ਵਿੱਚੋਂ ਜਿਹੜੀਆਂ ਚਮਕਾਂ ਨਿਕਲਦੀਆਂ ਸੀਗੀਆਂ ਜਿਹੜੀ ਗਲੋਰੀ ਨਿਕਲਦੀ ਸੀ ਜਿਹੜਾ ਚਾਨਣ ਨਿਕਲਦਾ ਸੀ ਜਿਹੜੀ ਹਜ਼ੂਰੀ ਨਿਕਲਦੀ ਸੀ ਉਹਦੇ ਤੇ ਡਿੱਗਦੀ ਸੀ ਤੇ ਉਹ ਵੀ ਚਮਕਣ ਲੱਗ ਗਿਆ ਸੀ And he was the one who could come so close to the throne of the God that the glory, the shine that was coming through the throne of the God, that it was reflecting on him as well now. ਤੁਹਾਨੂੰ ਯਾਦ ਹੋਏਗਾ ਕਿ ਜਦੋਂ ਮੂਸਾ ਪਹਾੜ ਤੇ ਚੜਿਆ ਸੀਗਾ ਪਰਮੇਸ਼ਰ ਦੇ ਦਰਸ਼ਨ ਕਰਨ ਦੇ ਵਾਸਤੇ ਜਦੋਂ ਉਤਰਿਆ ਸੀ ਪਹਾੜ ਤੋਂ ਤੇ ਉਹਦਾ ਮੂਸੇ ਦਾ ਜਿਹੜਾ ਮੂੰਹ ਸੀਗਾ ਉਹ ਚਮਕਦਾ ਸੀ And you probably remember when Moses went up there on the mountain to meet up with God, and when he came down, Moses' face was reflecting with God's glory. ਤੇ ਲੋਕ ਜਿਹੜੇ ਨੇ ਮੂਸਾ ਦਾ ਮੂੰਹ ਦੇਖ ਕੇ ਡਰਦੇ ਸੀਗੇ ਫਿਰ ਮੂਸਾ ਨੂੰ ਘੁੰਡ ਕੱਢਣਾ ਪਿਆ ਸੀ ਜਾਂ ਜਿੱਦਾਂ ਕਹਿ ਲੋ ਕਿ ਮੂੰਹ ਕਵਰ ਕਰਨਾ ਪਿਆ ਸੀਗਾ And the people, when they saw Moses, they couldn't see his face because of the glory on his face, that he actually had to cover his face to come closer to people. ਹੁਣ ਆਪੇ ਸੋਚੋ ਜਿਹੜਾ ਉਹ ਐਂਜਲ ਸੀਗਾ ਲੂਸਬੈਲ ਉਹ ਪਰਮੇਸ਼ਰ ਦੇ ਕਿੰਨੇ ਕਰੀਬ ਚਲੇ ਜਾਂਦਾ ਸੀਗਾ ਤੇ ਉਹ ਪਰਮੇਸ਼ਰ ਦਾ ਜਿਹੜਾ ਚਾਨਣ ਸੀ ਉਹਦੀ ਹਜ਼ੂਰੀ ਸੀ ਉਹਦੇ ਵਿੱਚ ਚਮਕਦੀ ਸੀ And the same way, Lucifer used to go so close to God's throne that his glory was reflecting on him. ਹੁਣ ਸਾਲਾਂ ਦੇ ਸਾਲ ਲੰਘ ਗਏ And years passed, ਹੁਣ ਇੱਕ ਸਮਾਂ ਆਇਆ and there was a time. ਪਰਮੇਸ਼ਰ ਦਾ ਵਚਨ ਦੱਸਦਾ ਹੈ ਆਪਾਂ ਨੂੰ And the word of God tells us ਕਿ ਇਸ ਐਂਜਲ ਦੇ ਦਿਲ ਦੇ ਵਿੱਚ ਬਗਾਵਤ ਆ ਗਈ that this angel, he had kind of ego in him now. ਉਹ ਪਰਮੇਸ਼ਰ ਦੇ ਖਿਲਾਫ ਹੋ ਗਿਆ ਉਹਨੇ ਰਿਬੈਲੀਅਨ ਸ਼ੁਰੂ ਕਰਤੀ ਪਰਮੇਸ਼ਰ ਦੇ And he actually rebelled against God. ਕਿਉਂਕਿ ਪਰਮੇਸ਼ਰ ਨੂੰ ਕਹਿੰਦਾ ਮੈਂ ਵੀ ਤੇਰੇ ਵਰਗਾ ਹੀ ਚਿੱਟਾ ਆ ਮੈਂ ਵੀ ਤੇਰੇ ਵਰਗਾ ਹੀ ਸੋਹਣਾ ਆ ਮੇਰੇ ਵਿੱਚੋਂ ਵੀ ਚਾਨਣ ਨਿਕਲ ਰਿਹਾ ਆ ਮੈਂ ਵੀ ਚਾਹੁੰਦਾ ਆ ਕਿ ਤੇਰੇ ਤਖਤ ਦੇ ਸੱਜੇ ਹੱਥ ਜਿਹੜਾ ਤਖਤ ਹੈ ਮੈਂ ਚਾਹੁੰਦਾ ਉਹਦੇ ਤੇ ਬਹਿਣਾ ਮੈਂ ਚਾਹੁੰਦਾ ਮੈਨੂੰ ਵੀ ਜਿਹੜੇ ਐਂਜਲਸ ਆ ਕੇ ਵਰਸ਼ਿਪ And he said to God that I am too white just like you are, beautiful like you are, and glory shines from me as well. So I want to sit on the throne that is on the right side of you. I want to sit there. So I too want everybody come and bow in front of me.
ਹੁਣ ਤੁਹਾਨੂੰ ਪਤਾ ਹੈ ਕਿ ਉਸ ਜਿਹੜੇ ਸੱਜੇ ਪਾਸੇ ਵਾਲੀ ਜਿਹੜਾ ਤਖਤ ਹੈਗਾ ਆ ਉਹਦੇ ਤੇ ਕੌਣ ਬੈਠਦਾ And ਸੀ? you know who was sitting on the throne, the right hand side of the God. ਉਸ ਤਖਤ ਤੇ ਵਰਬ ਬੈਠਦਾ ਸੀ, ਜਾਣੀ ਕਿ ਸ਼ਬਦ ਬੈਠਦਾ ਸੀ। And the verb was sitting on that throne. ਸ਼ਬਦ ਮਤਲਬ ਪ੍ਰਭੂ ਯਿਸੂ ਮਸੀਹ ਜੀ ਇਨਸਾਨ ਬਣਨ ਤੋਂ ਪਹਿਲਾਂ ਸਵਰਗ ਦੇ ਵਿੱਚ ਪਰਮੇਸ਼ਰ ਦਾ ਪੁੱਤਰ ਉਸ ਤਖਤ ਤੇ ਬੈਠਦਾ And ਸੀ। that means that before Lord Jesus became human, came on this earth, he was there sitting on that throne. ਸੋ ਉਹ ਦੂਤ ਪਰਮੇਸ਼ਰ ਨੂੰ ਕਹਿੰਦਾ ਮੈਨੂੰ ਉਹ ਥਾਂ ਚਾਹੀਦੀ ਆ, ਕਿਉਂਕਿ ਮੈਂ ਬਹੁਤ ਕੰਮ ਕਰ ਰਿਹਾ, ਮੈਂ ਬਹੁਤ ਬਿਜ਼ੀ ਆ, ਮੈਂ ਵੀ ਚਾਨਣ ਵਿੱਚ ਚਮਕ ਰਿਹਾ ਹੈਗਾ ਆ। ਸੋ ਮੈਨੂੰ ਤੂੰ ਐਜ਼ ਅ ਰਿਵਾਰਡ ਮੈਨੂੰ ਉਹ ਥਾਂ ਦੇ ਤਾਂ ਕਿ ਸਾਰੇ ਦੂਤ ਜਿਹੜੇ ਹੈਗੇ ਨੇ ਮੇਰੀ ਵਡਿਆਈ ਕਰਨ। And he said to Father, he said to God that I want that place because I am so busy, I am doing so much, I am doing everything, and then I too want to sit there next to you, and I want all the angels coming and bowing in front of me as well. ਪਰਮੇਸ਼ਰ ਨੇ ਇਸ ਬਗਾਵਤ ਨੂੰ ਦੇਖਿਆ ਤੇ ਉਹਨੂੰ ਸ਼ਰਾਪ ਦਿੱਤਾ। And God cursed him at this rebellion act. ਸਵਰਗ ਵਿੱਚੋਂ ਜਾ ਕੱਢ ਕੇ ਮਾਰਿਆ ਉਹਨੂੰ। And he was thrown out of heaven. ਉਹਦਾ ਵੀਜ਼ਾ ਕੈਂਸਲ ਕਰ ਦਿੱਤਾ ਗਿਆ ਸਵਰਗ ਦਾ। And his visa was rejected, cancelled from heaven. ਸਵਰਗ ਤੋਂ ਜਦੋਂ ਡਿੱਗਿਆ ਨਾ ਧਰਤੀ ਤੇ, When he came out of heaven, he fell on the earth. ਕਿਹਾ ਜਾਂਦਾ ਹੈ ਕਿ ਧਰਤੀ ਜਿਹੜੀ ਸੀਗੀ ਇਸ ਧਰਤੀ ਤੇ ਉਹਦਾ ਕਹਿ ਲੋ ਕਿ ਉਹ ਕਮਾਂਡਿੰਗ ਕਰਦਾ ਸੀ, ਇਸ ਧਰਤੀ ਤੋਂ ਇੱਥੇ ਘਰ ਹੁੰਦਾ ਸੀਗਾ ਉਹਦਾ। And we can say that he was the commanding officer here on this earth. ਉਹਨੇ ਸਾਰੇ ਯੂਨੀਵਰਸ ਦਾ ਮਾਮਲਾ ਖਰਾਬ ਕਰ ਦਿੱਤਾ। ਸਾਰਾ ਯੂਨੀਵਰਸ ਡਿਸਟਰੋਏ ਕਰ ਦਿੱਤਾ। He destroyed with his rebellion, he destroyed the whole universe. ਤਾਂ ਹੀ ਜਿੰਨੇ ਵੀ ਹੁਣ ਆਪਾਂ ਪਲੈਨਟਸ ਵਗੈਰਾ ਦੇਖਦੇ ਆ ਉਹ ਸਾਰੇ ਬਦਸੂਰਤ ਨਜ਼ਰ ਆਉਂਦੇ ਨੇ, ਆਪਾਂ ਨੂੰ ਡਿਸਆਰਡਰ ਉਹਨਾਂ ਵਿੱਚ ਨਜ਼ਰ ਆ ਰਿਹਾ ਹੈ। And we see all the planets, when we look around, we see disorder in them. ਹੁਣ ਜਦੋਂ ਪਰਮੇਸ਼ਰ ਨੇ ਉੱਪਰੋਂ ਦੇਖਿਆ, But when God saw that from on top, ਉਹਨੇ ਆਖਿਆ ਵੀ ਇਹ ਤਾਂ ਬੰਦਾ ਅਥਾਰਟੀ ਤੋਂ ਬਾਹਰ ਹੋ ਗਿਆ ਹੈਗਾ ਆ, ਹੁਣ ਕਿਸੇ ਨੂੰ ਉੱਥੇ ਐਜ਼ ਅ ਅਥਾਰਟੀ ਪਾਣਾ ਪਵੇਗਾ। and he saw that something is going wrong, and then this guy, this person, this angel is now out of the authority, so I have to put someone there with authority on him. ਉਦੋਂ ਪਰਮੇਸ਼ਰ ਨੇ ਇਸ ਧਰਤੀ ਨੂੰ ਸਵਾਰਿਆ ਤੇ ਧਰਤੀ ਦੇ ਸਵਾਰਨ ਤੋਂ ਬਾਅਦ ਇਸ ਧਰਤੀ ਦੇ ਉੱਤੇ ਇੱਕ ਇਨਸਾਨ ਨੂੰ ਬਣਾ ਦਿੱਤਾ ਜਿਹਦਾ ਨਾਮ ਅਦਮ ਸੀਗਾ ਤੇ ਨਾਲ ਉਹਦੀ ਵਾਈਫ ਦੇਤੀ ਜਿਹਦਾ ਨਾਮ ਹਵਾ ਸੀ। And that's the time that God fixed this earth and made it beautiful, and then he put a man on this earth whose name was Adam and his wife was Eve. ਅਦਮ ਨੂੰ ਸਾਰੀ ਅਥਾਰਟੀ ਦਿੱਤੀ। Adam was given all the authority now. ਹੁਣ ਸ਼ੈਤਾਨ ਜਿਹੜਾ ਸੀਗਾ, ਲੂਸੀਫਰ ਜਿਹੜਾ ਡਿੱਗਿਆ ਸੀ, ਉਹਦਾ ਨਾਮ ਹੁਣ ਸ਼ੈਤਾਨ ਬਣ ਗਿਆ ਸੀ ਕਿਉਂਕਿ ਉਹ ਬੈਡ ਗਾਈ ਹੋ ਗਿਆ ਸੀ ਹੁਣ, ਤੇ ਉਹ ਹੁਣ ਸ਼ੈਤਾਨ ਜਿਹੜਾ ਸੀਗਾ ਉਹ ਅਦਮ ਦੀ ਅਥਾਰਟੀ ਥੱਲੇ ਸੀ। And now this Lucifer then fell on this ground. Now he had become devil. So now devil was under Adam's authority. ਜਦੋਂ ਸ਼ੈਤਾਨ ਨੇ ਦੇਖਿਆ ਲੈ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਵੀ ਮੇਰੇ ਉੱਤੇ ਕਿੱਦਾਂ ਇਹਨੂੰ ਬਣਾ ਦੇਣਗੇ, ਮੈਂ ਦੱਸਦਾ ਰੱਬ ਨੂੰ ਕਿੱਦਾਂ ਮੈਂ ਕੌਣ ਆ। And then when devil saw that what's going on, somebody has been put on top of me, I have to be under his authority, that's not right. So he said, I'm gonna try to do something. ਉਸ ਸਮੇਂ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਇੱਕ ਸੱਪ ਦੇ ਵਿੱਚ ਵੜ ਕੇ ਸ਼ੈਤਾਨ ਨੇ ਹਵਾ ਨੂੰ ਗੁੰਮਰਾਹ ਕੀਤਾ। And then the word of God teaches us that through a serpent, the devil deceived Eve. ਤੇ ਹਵਾ ਨੇ ਉਹ ਫਲ ਖਾ ਲਿਆ ਜਿਹੜੇ ਫਲ ਮਨਾ ਕੀਤਾ ਸੀਗਾ ਪਰਮੇਸ਼ਰ ਨੇ ਵੀ ਖਾਣਾ ਨਹੀਂਗਾ, ਜੇ ਤੁਸੀਂ ਖਾਇਆ ਤੁਸੀਂ ਮਰ ਜਾਓਗੇ। And Eve ate that fruit that God has said to not to eat, that if you eat it you will die. ਉਹਨਾਂ ਨੇ ਫਲ ਖਾਇਆ ਤੇ ਰੂਹਾਨੀ ਤੌਰ ਤੇ ਉਹ ਮਰ ਗਏ। And she ate the fruit, and they both ate the fruit, and spiritually they died. ਹੁਣ ਜੇ ਰੂਹਾਨੀ ਤੌਰ ਤੇ ਮਰ ਗਏ, And if they were dead spiritually, ਰੂਹਾਨੀ ਤੌਰ ਤੇ ਉਹਨਾਂ ਦੀ ਅਥਾਰਟੀ ਵੀ ਲੂਜ਼ ਹੋ ਗਈ। and spiritually they lost the authority as well. ਕਿਉਂਕਿ ਰੂਹਾਨੀ ਤੌਰ ਤੇ ਕੋਈ ਜਿੰਦਾ ਹੀ ਨਹੀਂਗਾ ਤੇ ਰੂਹਾਨੀ ਤੌਰ ਤੇ ਉਹਨੂੰ ਅਥਾਰਟੀ ਨਹੀਂ ਮਿਲ And ਸਕਦੀ। if somebody is not living spiritually, they cannot have authority spiritually.
ਸ਼ੈਤਾਨ ਨੇ ਇਹ ਅਧਿਕਾਰ, ਇਹ ਅਥਾਰਟੀ ਉਹਨਾਂ ਦੋਨਾਂ ਤੋਂ ਖਿੱਚ ਲਈ। And devil took this authority, snatched this authority from both of them. ਜਿਹਦੇ ਨਾਲ ਦੁਆਰਾ ਫਿਰ ਉਹਨੇ ਆਪਣਾ ਟੈਂਪਰੇਰੀ ਵੀਜ਼ਾ ਲਵਾ ਲਿਆ ਸਵਰਗ ਵਿੱਚ ਵੜਨ ਦਾ। And that time he again, let's say that he got his temporary visa for the entrance in heaven. ਪਰਮੇਸ਼ਰ ਨੇ ਕਰਸ ਕੀਤਾ ਦੁਆਰਾ ਫਿਰ ਸੱਪ ਨੂੰ, ਆਦਮੀ ਨੂੰ ਵੀ, ਧਰਤੀ ਨੂੰ ਵੀ, ਹਵਾ ਨੂੰ ਵੀ। And God cursed the serpent again, devil and the man and Eve, the Adam and the earth. Cursed all ਲੇਕਿਨ again. ਹਵਾ ਨੂੰ ਪਰਮੇਸ਼ਰ ਨੇ ਸੱਦਿਆ ਤੇ ਆਖਿਆ ਤੇਰੀ ਜਨਰੇਸ਼ਨ ਦੇ ਵਿੱਚੋਂ ਦੀ ਇੱਕ ਜਿਹੜਾ ਜਨਮ ਲਵੇਗਾ ਉਹ ਇਹਦੇ ਸਿਰ ਨੂੰ ਕੁਚਲੇਗਾ। But God called Eve and told her that the one who will be born through your generation will step on his head. 4000 ਸਾਲ ਲੰਘ ਗਏ। After 4,000 years, ਇੱਕ ਕੁਵਾਰੀ ਮਾਤਾ ਮਰੀਮ ਦੀ ਕੁੱਖ ਦੇ ਵਿੱਚ ਪਰਮੇਸ਼ਰ ਨੇ ਖੁਦ ਆ ਕੇ ਬੱਚੇ ਦਾ ਰੂਪ ਧਾਰ ਲਿਆ। and God himself came into a virgin person, Mary, and he became man. He became a baby, human. ਉਹਦਾ ਨਾਮ ਯਿਸੂ ਰੱਖਿਆ And his ਗਿਆ। name was Jesus. ਵੱਡਾ ਹੋਇਆ When ਉਹ। he grew bigger, ਮਰੀਮ ਨੂੰ ਆ ਨਹੀਂ ਪਤਾ ਸੀਗਾ ਵੀ ਜਿਹੜਾ ਉਹਦੇ ਹੱਥ 'ਚ ਫੜਿਆ ਹੋਇਆ ਆ ਉਹ ਖੁਦ ਰੱਬ ਹੈ, ਰੱਬ ਦਾ ਰੂਪ ਨਹੀਂ, ਖੁਦ ਰੱਬ ਹੈ। and Mary didn't know the baby that she's holding in her hands, he's not just a symbol of God or somebody like God, but he's God himself. ਉਹ ਪ੍ਰਭੂ ਯਿਸੂ ਮਸੀਹ ਵੱਡੇ When ਹੋਏ। Lord Jesus grew bigger, 3 ਸਾਲ ਉਹਨਾਂ ਨੇ ਪ੍ਰਚਾਰ ਕੀਤਾ, ਚਮਤਕਾਰ ਕੀਤੇ, ਵੱਡੇ ਕੰਮ ਕੀਤੇ, ਵੱਡੇ ਚਮਤਕਾਰ ਦਿਖਾਏ, ਚਿੰਨ੍ਹ ਦਿਖਾਏ। for 3 years he did big miracles, he did big works, he did lots in those 3 years. 3.5 ਸਾਲ ਤੋਂ ਬਾਅਦ ਉਹ ਸਲੀਬ ਤੇ ਮਰ ਗਏ। After 3.5 years, he was crucified on the cross. ਕਿਉਂ ਮਰਨ ਆਏ ਸੀ ਸਲੀਬ ਤੇ? ਕਿਉਂਕਿ ਸਲੀਬ ਤੇ ਉਹ ਪਾਪ ਨੂੰ ਚੁੱਕ ਕੇ ਲੈ ਕੇ ਜਾਣਾ ਚਾਹੁੰਦੇ ਸੀ ਜਿਹੜਾ ਆਦਮ ਤੇ ਹਵਾ ਤੋਂ ਹੋਇਆ ਸੀ। And why he came to die on the cross? Because he had to take the sin. He had to take the sin that Adam and Eve had committed. ਜਦੋਂ ਪ੍ਰਭੂ ਯਿਸੂ ਮਸੀਹ ਨੇ ਇਹ ਪਾਪ ਨੂੰ ਇਸ ਸਲੀਬ ਦੇ ਉੱਤੇ ਡਿਸਟਰੋਏ ਕਰ ਦਿੱਤਾ, ਯਾਨੀ ਕਿ ਜੁਰਮਾਨਾ ਪੇ ਕਰ ਦਿੱਤਾ ਆਦਮ ਤੇ ਹਵਾ ਦਾ, ਤੇ ਉਹ ਅਥਾਰਟੀ ਦੁਬਾਰਾ ਉਹਨਾਂ ਨੇ ਰਿਕੂਪਰੇਟ ਕਰ ਲਈ। And when on the cross he died, he took all the sins. At that time, he paid the price for Adam and Eve's mistake, and then they gained that authority back again. ਸਲੀਬ ਤੇ ਮਾਰੇ ਜਾਂਦੇ ਨੇ। And when he was crucified, he died on the cross. 3 ਦਿਨ ਬਾਅਦ After 3 days, ਮੁਰਦਿਆਂ ਤੋਂ ਜੀ ਉੱਠਦੇ ਨੇ। he raises up from the dead. ਚੇਲਿਆਂ ਕੋਲੇ ਆ ਕੇ ਪ੍ਰਗਟ ਹੁੰਦੇ And ਨੇ। he appears to the disciples. ਪ੍ਰਭੂ ਯਿਸੂ ਮਸੀਹ ਸੰਡੇ ਨੂੰ ਸਵੇਰੇ ਤੜਕੇ ਪ੍ਰਗਟ ਹੋਏ ਸੀਗੇ ਮਾਤਾ ਮਰੀਮ ਮਗਦਲੀਨੀ ਦੇ ਸਾਹਮਣੇ। And on Sunday morning, he appeared to Mary Magdalene. ਉਸ ਸਮੇਂ ਕਹਿੰਦੇ ਨੇ ਮੈਰੀ ਮੈਗਡਲੀਨ ਨੂੰ ਕਹਿੰਦੇ ਨੇ ਮੈਨੂੰ ਹੱਥ ਨਾ ਲਾਈ, ਹਜੇ ਮੈਂ ਪਰਮੇਸ਼ਰ ਪਿਤਾ ਕੋਲੇ ਨਹੀਂ ਗਿਆ, ਲੇਕਿਨ ਕਹਿ ਜਾ ਕੇ ਚੇਲਿਆਂ ਨੂੰ ਕਿ ਮੈਂ ਉਹਨਾਂ ਨੂੰ ਛੇਤੀ ਹੀ ਮਿਲਾਂਗਾ। And she said, Lord said to Mary that don't touch me yet because I haven't gone to the Father yet, but yes, go and tell the disciples that I will meet them soon. ਜੇ ਤੁਸੀਂ ਜੌਨ ਚੈਪਟਰ 20 ਦੇਖੋ, If you see John chapter 20, ਉਹਦਾ ਪਹਿਲਾ ਵਰਸ ਦੇਖੋ, if you see the first verse of John chapter 20, ਜਿਹਦੇ ਵਿੱਚ ਲਿਖਿਆ ਹੈ ਕਿ ਹਫਤੇ ਦੇ ਪਹਿਲੇ ਦਿਨ ਯਾਨੀ ਕਿ ਐਤਵਾਰ ਨੂੰ ਤੜਕੇ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠੇ ਸੀ, ਤੇ ਐਤਵਾਰ ਨੂੰ ਸਵੇਰੇ ਉਹ ਮਰੀਮ ਮਗਦਲੀਨੀ ਸਾਹਮਣੇ ਪ੍ਰਗਟ ਹੋਏ ਸੀ। and that the Sunday morning, first thing when Lord Jesus rose from the dead again, and he appeared to Mary Magdalene in the morning, Sunday morning. ਪਹਿਲਾ ਵਰਸ ਆਪਾਂ ਥੋੜਾ ਜਿਹਾ I'm ਪੜਾਂਗੇ। going to read John chapter 20 verse 1. ਹਾਂਜੀ ਹਾਂਜੀ। ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਜਦੋਂ ਅਜੇ ਹਨੇਰਾ ਹੀ ਸੀ, ਮਰੀਮ ਮਗਦਲੀਨੀ ਕਬਰ ਉੱਤੇ ਗਈ ਅਤੇ ਕੀ ਦੇਖਦੀ ਹੈ ਕਿ ਕਬਰ ਦੇ ਮੂੰਹ ਉੱਤੋਂ ਪੱਥਰ ਹਟਿਆ ਹੋਇਆ ਹੈ। ਹਜੇ ਹਨੇਰਾ ਸੀ, It was still ਐਤਵਾਰ ਨੂੰ dark. ਸਵੇਰੇ A Sunday early morning, and it was still dark. ਇੱਥੇ ਪ੍ਰਭੂ ਯਿਸੂ ਮਸੀਹ ਮੁਰਦਿਆਂ ਤੋਂ ਜੀ ਉੱਠੇ ਸੀ। And that because Lord Jesus had been resurrected.
ਮਰੀਮ ਨਾਲ ਗੱਲ ਕਰਦੇ ਨੇ, ਮਰੀਮ ਨੂੰ ਕਹਿੰਦੇ ਮੈਨੂੰ ਟੱਚ ਨਾ ਕਰੀ, ਮੈਂ ਜੇ ਪਿਤਾ ਕੋਲੇ ਨਹੀਂ ਗਿਆ, ਪਿਤਾ ਕੋਲੇ ਗਏ। And Lord Jesus tells Mary that I haven't gone to Father yet. So then he goes to Father after. ਫਿਰ ਉਸੇ ਸਮੇਂ ਵਾਪਸ ਆ ਜਾਂਦੇ And ਨੇ। then he comes back right away. ਉਸ ਦਿਨ ਐਤਵਾਰ ਨੂੰ ਰਾਤ ਨੂੰ And that same day, Sunday night, 19ਵਾਂ ਵਰਸ ਦੇਖਾਂਗੇ ਆਪਾਂ। we're going to see John chapter 20, verse 19. ਆਓ ਦੇਖੀਏ ਧਿਆਨ ਦੇ ਨਾਲ। Let's hear it. ਹਾਂਜੀ। ਐਤਵਾਰ ਨੂੰ ਤਰਕਾਲਾਂ ਦੇ ਵੇਲੇ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਬੰਦ ਕਰੀ ਇੱਕ ਥਾਂ ਇਕੱਠੇ ਹੋਏ ਸਨ, ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜੇ ਹੋ ਗਏ ਅਤੇ ਉਹਨਾਂ ਨੂੰ ਆਖਿਆ, ਤੁਹਾਨੂੰ ਸ਼ਾਂਤੀ ਮਿਲੇ। ਵਾਹ। ਪਹਿਲੇ ਦਿਨ ਹੀ ਰੈਸੂਰੈਕਟ ਹੋਣ ਤੋਂ ਬਾਅਦ ਪਹਿਲੇ ਦਿਨ ਹੀ ਉਹ ਸ਼ਾਮ ਨੂੰ ਚੇਲਿਆਂ ਕੋਲੇ ਪਹੁੰਚਦੇ ਹੈਗੇ ਨੇ ਉਹਨਾਂ ਨੂੰ ਦਲੇਰੀ ਦੇਣ ਵਾਸਤੇ। And the very first day after the resurrection day, that same day in the evening, he arrives, he comes to the disciples to give them encouragement. ਦਰਵਾਜ਼ੇ ਬੰਦ ਸਨ, The doors were all shut. ਖਿੜਕੀਆਂ ਬੰਦ All the ਸਨ, windows were shut. ਨਾ ਕੋਈ ਅੰਦਰ ਸੇ ਬਾਹਰ, ਨਾ ਕੋਈ ਬਾਹਰ ਸੇ Nobody ਅੰਦਰ। could come in from out or go out from inside. ਜਿੰਨੇ ਵੀ ਚੇਲੇ ਅੰਦਰ ਸੀਗੇ All the disciples that they were inside, ਉਹ ਡਰ ਨਾਲ ਭਰੇ ਹੋਏ ਸੀ। they were with the fear of the Jewish leaders. ਮੇਰਾ ਖਿਆਲ ਹੈ ਕਿ ਇਹ ਮਿਲਦੀ ਜੁਲਦੀ ਕਹਾਣੀ ਆ ਆਪਣੇ ਨਾਲ ਅੱਜ And ਕੱਲ੍ਹ, I ਹੈ ਨਾ? think this story is, we can relate to this story. ਆਪਣੇ ਵੀ ਦਰਵਾਜ਼ੇ ਬੰਦ ਨੇ, Our doors are all shut right now. ਖਿੜਕੀਆਂ ਵੀ ਬੰਦ Windows ਨੇ, are closed. ਨਾ ਕੋਈ ਬਾਹਰੋਂ ਅੰਦਰ ਨਾ ਅੰਦਰੋਂ ਬਾਹਰ। Nobody comes in the house and we don't go out. ਬਾਹਰੋਂ ਜੋ ਆਉਂਦਾ ਦੂਰੋਂ ਹੀ ਉਹਨੂੰ ਹੱਥ ਮਿਲਾ ਕੇ ਆਪਾਂ ਗੁੱਡ ਬਾਏ ਕਰ ਦਈਦਾ। And whoever comes from outside, from far away, we just wave at them and say bye-bye. ਅੰਦਰ ਆਪਾਂ ਕਈ ਵਾਰ ਡਰ ਦੇ ਨਾਲ ਬੈਠੇ ਰਹਿੰਦੇ And ਆ। sometimes inside we have this fear and we're just inside sitting. ਮੈਨੂੰ ਯਾਦ ਆ ਜਦੋਂ ਇਹ ਕਰੋਨਾ ਵਾਇਰਸ ਨਵੀਂ ਆਈ ਸੀਗੀ, ਉਦੋਂ ਹਜੇ ਪਤਾ ਨਹੀਂ ਸੀ ਇਹਦੇ ਬਾਰੇ, ਤੇ ਅੰਦਰ ਬੈਠੇ ਰਹੇ ਸੀਗੇ ਵੀ ਹਾਏ ਜੇ ਕੋਈ ਦਰਵਾਜ਼ਾ ਖਟਖਟਾਉਂਦਾ ਆਏ ਹੁੰਦਾ ਸੀ ਲੈ ਵੀ ਕਿਤੇ ਕਰੋਨਾ ਵਾਇਰਸ ਤਾਂ ਨਹੀਂ ਆ ਕੇ ਦਰਵਾਜ਼ਾ ਖਟਖਟਾ ਰਹੀ। And I remember in the beginning when the corona had just started and we were just like sitting inside the house, and if somebody would knock the door, we would be afraid like, who is it? Is the corona knocking the door? ਡਰ ਦੇ ਨਾਲ ਭਰੇ ਹੋਏ There was ਸੀ। fear. There was a lot of fear. ਪ੍ਰਭੂ ਯਿਸੂ ਮਸੀਹ ਉੱਥੇ ਆ ਕੇ ਪ੍ਰਗਟ ਹੋ ਜਾਂਦੇ ਨੇ। And Lord Jesus comes right there and he appears to them. ਉਹਨਾਂ ਦੇ ਵਿਚਾਲੇ Right in the middle of them, right in the midst of them. ਭਰਾਵੋ ਤੇ ਭੈਣੋ, ਜਦੋਂ ਵੀ ਤੁਸੀਂ ਡਰ ਮਹਿਸੂਸ ਕਰਦੇ ਹੈਗੇ ਹੋ ਨਾ, ਜਦੋਂ ਵੀ ਤੁਹਾਨੂੰ ਡਰ ਲੱਗਦਾ, ਤੁਹਾਡੇ ਦਰਵਾਜ਼ੇ ਬੰਦ ਨੇ, ਤੁਹਾਡੀਆਂ ਖਿੜਕੀਆਂ ਬੰਦ ਨੇ, ਯਾਦ ਰੱਖੋ ਕਿ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਆ ਕੇ ਬਿਲਕੁਲ ਤੁਹਾਡੇ ਵਿਚਾਲੇ ਖੜੇ ਹੋ ਜਾਣਗੇ, ਤੁਹਾਨੂੰ ਡਰਨ ਨਹੀਂ ਦੇਣਗੇ, ਤੁਹਾਨੂੰ ਪ੍ਰੋਟੈਕਟ ਕਰਕੇ ਰੱਖਣਗੇ, ਤੁਹਾਨੂੰ ਸਵਾਰ ਕੇ ਰੱਖਣਗੇ। And brothers and sisters, remember, whenever you are with fear, you are all worried that way, Lord Jesus will come right there in midst of you. He will protect you. He will take care of you. He will let the fear go away from you. Amen. Amen. ਪ੍ਰਭੂ ਯਿਸੂ ਮਸੀਹ ਜੀ ਨੇ ਖੁਦ ਡਰ ਨੂੰ ਜਿੱਤ And ਲਿਆ। Lord Jesus have the victory over the fear. ਲੇਕਿਨ ਪ੍ਰਭੂ ਤੇ ਭੈਣੋ, ਪ੍ਰਭੂ ਨਹੀਂ ਚਾਹੁੰਦੇ ਕਿ ਆਪਾਂ ਡਰੀਏ। ਆਪਣੇ ਵਿੱਚ ਡਰ ਦਾ ਆਤਮਾ ਨਹੀਂ ਆਪਾਂ ਨੂੰ ਮਿਲਿਆ, ਆਪਾਂ ਨੂੰ ਦਲੇਰੀ ਦਾ ਆਤਮਾ ਮਿਲਿਆ ਹੈ। And brothers and sisters, God doesn't want us to have fear, because the word of God says that he has given us the spirit of boldness, not spirit of fear. ਆਪਾਂ ਇੱਕ ਗੱਲ ਸਿੱਖੀ ਸੀਗੀ ਪਹਿਲਾਂ ਵੀ ਜਿਹੜਾ ਹਿਰਨ ਹੁੰਦਾ ਆ, ਉਹ ਹਿਰਨ ਵਿੱਚ ਕੈਸੀ ਖਾਸੀਅਤ ਹੁੰਦੀ ਆ ਵੀ ਚਾਰਾਂ ਆਪਣੇ ਪੈਰਾਂ ਦੇ ਨਾਲ ਆਇਆ ਸੀ ਛਾਲ ਮਾਰ ਸਕਦਾ ਆ, ਬਹੁਤ ਹੀ ਉੱਚੀ ਛਾਲ ਮਾਰ ਸਕਦਾ ਕਿ ਘਰਾਂ ਦੇ ਘਰ ਟੱਪ ਸਕਦਾ ਹੈ। ਲੇਕਿਨ ਜਦੋਂ ਸ਼ੇਰ ਉਹਦੇ ਪਿੱਛੇ ਪੈਂਦਾ, And we learned a little while ago about the deer, where the deer has such a power with all his fours. He can jump so high. He can even jump structures, like he can jump so high. But when the lion is following him, ਉਦੋਂ ਡਰ ਦੇ ਨਾਲ ਉਹ ਤੋਂ ਜਿਹੜੀ ਉਹ ਛਾਲ ਹੈਗੀ ਆ, ਉਹਦੀ ਸਪੈਸ਼ਲ ਛਾਲ ਜਿਹੜੀ ਚਾਰਾਂ ਪੈਰਾਂ ਨਾਲ ਮਾਰਦਾ, ਉਹ ਨਹੀਂ ਲੱਗਦੀ। And then he is so fearful when lion is following him. With the nervousness, he cannot jump the same way, the jumping of the all fours. He just can't do that at that time. ਉਦੋਂ ਸ਼ੇਰ ਦਾ ਸ਼ਿਕਾਰ ਹੋ ਜਾਂਦਾ। And that's when the lion attacks on him.
and defeats it. ਬਿਲਕੁਲ ਉਸੇ ਤਰ੍ਹਾਂ ਬਰਾਬਰ ਦੇ ਪੈਣਾ And the same way. ਸ਼ੈਤਾਨ ਪਹਿਲਾਂ ਡਰ ਪਾਣਾ ਚਾਹੁੰਦਾ ਹੈ ਆਪਣੇ ਵਿੱਚ In the same way, the devil he wants to put fear in us first. ਨਾ ਡਰ ਪ੍ਰਭੂ ਤੇਰੇ ਨਾਲ ਆ Don't be afraid, God is with you. ਪ੍ਰਭੂ ਤੇ ਮੈਨੂੰ ਮੁਰਦਿਆਂ ਤੋਂ ਜੀ ਉੱਠ ਕੇ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਲੋਕਾਂ ਨੂੰ ਆਪਣੇ ਚਰਚ ਨੂੰ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਡਿਸਾਈਪਲਸ ਨੂੰ ਚੇਲਿਆਂ ਨੂੰ 4 ਬਲੀਦਾਨ ਦਿੱਤੇ ਸੀਗੇ 4 ਬਰਕਤਾਂ ਦਿੱਤੀਆਂ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ And when Lord Jesus resurrected from the dead, there were 4 blessings that he gave to his disciples or the ones he loved. So those are the 4 things that I want to share with you today. ਜਿੱਥੇ ਸ਼ੈਤਾਨ ਬਹਿਣਾ ਚਾਹੁੰਦਾ ਸੀਗਾ ਪਰਮੇਸ਼ਰ ਨੇ ਤੁਹਾਨੂੰ ਉੱਥੇ ਬਿਠਾਤਾ ਜਿਹੜੀ ਅਥਾਰਟੀ ਸ਼ੈਤਾਨ ਨੇ ਖੋਲੀ ਸੀਗੀ ਪਰਮੇਸ਼ਰ ਨੇ ਉਹ ਤੋਂ ਖੋ ਕੇ ਦੁਬਾਰਾ ਫਿਰ ਤੁਹਾਨੂੰ ਵਾਪਸ ਕਰ Wherever the devil wanted to sit, God had made you sit there. Whatever authority that the devil had snatched from us, God gave that authority back to the church. ਹਾਲੇਲੂਇਆ Hallelujah. Hallelujah. ਸੋ ਪਹਿਲੀ ਬਰਕਤ ਜਿਹੜੀ ਪ੍ਰਭੂ ਯਿਸੂ ਨੇ ਮੁਰਦਿਆਂ ਤੋਂ ਜੀ ਉੱਠ ਕੇ ਚਰਚ ਨੂੰ ਦਿੱਤੀ ਹੈ The first blessing that God, after resurrecting Lord Jesus, has given to the church, ਵਰਸ 19 ਇੱਕ ਵਾਰ ਫਿਰ we're ਪੜ੍ਹਾਂਗੇ going to read John 20, verse 19 one more time. ਜੀ ਹਾਂਜੀ. ਐਤਵਾਰ ਨੂੰ ਤਰਕਾਲਾਂ ਦੇ ਵੇਲੇ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਬੰਦ ਕਰੀਏ ਇੱਕ ਥਾਂ ਇਕੱਠੇ ਹੋਏ ਸਨ ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜੇ ਹੋ ਗਏ ਅਤੇ ਉਹਨਾਂ ਨੂੰ ਆਖਿਆ ਤੁਹਾਨੂੰ ਸ਼ਾਂਤੀ ਮਿਲੇ Hallelujah. ਤੁਹਾਨੂੰ ਸ਼ਾਂਤੀ ਮਿਲੇ Jesus came and stood among them and said, Peace be with you. ਪਰਮੇਸ਼ਰ ਨੇ ਜਿਹੜੀ ਪਹਿਲੀ ਬਰਕਤ ਆਪਾਂ ਨੂੰ ਦਿੱਤੀ ਉਹ ਸ਼ਾਂਤੀ ਦਿੱਤੀ ਤੁਹਾਨੂੰ ਸ਼ਾਂਤੀ ਮਿਲੇ And the first blessing that God gave us is his peace. And he said, Peace be with you. ਜਾਣੀ ਕਿ ਕੀ ਮਤਲਬ ਹੋਇਆ ਇਹਦਾ What does that mean? ਮਤਲਬ ਆ ਕਿ ਤੁਹਾਡੇ ਪਾਪ ਮਾਫ ਹੋ ਗਏ Meaning that your sins have been forgiven. ਕਿਉਂਕਿ ਕਿਸੇ ਨੂੰ ਸ਼ਾਂਤੀ ਨਹੀਂ ਮਿਲ ਸਕਦੀ ਜੇ ਉਹਦੇ ਪਾਪ ਮਾਫ ਨਾ ਹੋਣ Because if your sins haven't been forgiven, you cannot receive peace in you. ਪਹਿਲੀ ਸ਼ਾਂਤੀ ਜਿਹੜੀ ਤੁਹਾਨੂੰ ਮਿਲਦੀ ਆ ਉਹ ਤੁਹਾਡੇ ਤੇ ਰੱਬ ਦੇ ਵਿਚਾਲੇ ਮਿਲਦੀ ਹੈ ਤੁਹਾਡੇ ਪਾਪ ਮਾਫ ਹੋ ਗਏ ਤੁਹਾਨੂੰ ਰੱਬ ਨੇ ਸ਼ਾਂਤੀ ਦਿੱਤੀ ਤੁਹਾਨੂੰ ਮਾਫ And the ਕਰ first peace that you receive is between you and God. Your sins has been forgiven by God and he gave you peace. ਦੂਸਰੀ ਸ਼ਾਂਤੀ ਜਿਹੜੀ ਤੁਹਾਨੂੰ ਮਿਲਦੀ ਆ ਉਹ ਤੁਹਾਡੇ ਕੌਨਸ਼ੀਅਸ ਦੇ ਵਿੱਚ ਮਿਲਦੀ ਆ ਵੀ ਹੁਣ ਜਿੰਨੀਆਂ ਗਲਤੀਆਂ ਤੁਸੀਂ ਕੀਤੀਆਂ ਹੁੰਦੀਆਂ ਨੇ ਤੁਹਾਨੂੰ ਤੁਹਾਡੇ ਦਿਲ ਦੇ ਵਿੱਚ ਤੁਹਾਨੂੰ ਤਾੜਿਆ ਨਹੀਂ ਜਾ ਰਿਹਾ ਤੁਹਾਡਾ ਦਿਲ ਤੁਹਾਨੂੰ ਤਾੜ ਨਹੀਂ ਰਿਹਾ ਤੁਹਾਡਾ ਜ਼ਮੀਰ ਤੁਹਾਡੀ ਕੌਨਸ਼ੀਅਸ ਤੁਹਾਡਾ ਅੰਤःਕਰਨ ਤੁਹਾਨੂੰ ਤਾੜ ਨਹੀਂ ਰਿਹਾ ਬਲਕਿ ਤੁਹਾਡੀ ਕੌਨਸ਼ੀਅਸ ਤੁਹਾਡੀ ਰੂਹ ਦੇ ਵਿੱਚ ਸ਼ਾਂਤੀ ਆ ਗਈ ਆ ਤੁਹਾਡੇ ਆਪਣੇ ਵਾਸਤੇ And the second peace that you receive is in you, in your conscience. That your conscience is not now rebuking you or making you feel bad, but you have peace in you now. ਤੀਸਰੀ ਸ਼ਾਂਤੀ ਜਿਹੜੀ ਤੁਹਾਨੂੰ ਮਿਲ ਰਹੀ ਆ ਉਹ ਤੁਹਾਡੇ ਗੁਆਂਢੀ ਦੇ ਨਾਲ ਆ ਤੁਹਾਡੇ ਗੁਆਂਢਣ ਦੇ ਨਾਲ ਆ ਤੁਹਾਡੇ ਨਾਲ ਦੇ ਨਾਲ ਆ ਤੁਹਾਡੇ ਪਰਿਵਾਰ ਦੇ ਵਾਸਤੇ ਆ And ਉਹਨਾਂ ਦੇ ਵਿਚਾਲੇ ਵੀ ਸ਼ਾਂਤੀ ਤੁਹਾਨੂੰ ਮਿਲ ਗਈ ਹੈ And the third peace that you are receiving is the one with your neighbors or with your relatives or families. That's the third peace that you're receiving between us. ਉਹ ਤਾਂ ਭਰਾਵਾ ਤੇ ਭੈਣੋ ਹੁਣ ਆਪਾਂ ਕਿਸੇ ਨੂੰ ਦੋਸ਼ ਨਹੀਂ ਲਾਵਾਂਗੇ ਕਿਉਂਕਿ ਹੁਣ ਸਾਨੂੰ ਪਤਾ ਹੈ ਕਿ ਪਰਮੇਸ਼ਰ ਨੇ ਸਾਨੂੰ ਵੀ ਦੋਸ਼ ਨਹੀਂ ਲਾਇਆ ਹੁਣ ਆਪਾਂ ਆਪਣੇ ਦੁਸ਼ਮਣ ਨੂੰ ਵੀ ਮਾਫ ਕਰਾਂਗੇ ਆਪਣੇ ਗੁਆਂਢੀ ਨੂੰ ਵੀ ਮਾਫ And that is ਕਰਾਂਗੇ because- ਤਾਂ ਸ਼ਾਂਤੀ ਹੋ And ਜਾਂਦੀ that is because God has not judged you, and now we are not to judge anyone. So that's how we have peace between each other now. ਇੱਥੇ ਫਿਰ ਉਹ ਪਹਿਲਾ ਹੁਕਮ ਪੂਰਾ ਹੋ ਜਾਂਦਾ ਹੈ ਕਿ ਆਪਣੇ ਪੂਰੇ ਦਿਲ ਦੇ ਨਾਲ ਪਰਮੇਸ਼ਰ ਨੂੰ ਪਿਆਰ ਕਰ ਤੇ ਆਪਣੇ ਗੁਆਂਢੀ ਨੂੰ ਵੀ ਉਦਾਂ ਹੀ ਪਿਆਰ ਕਰ And this is where that first commandment gets fulfilled, that with all your heart love your God and also love your neighbor. ਪਰਮੇਸ਼ਰ ਨਾਲ ਸ਼ਾਂਤੀ ਬਣ ਗਈ ਪਰਮੇਸ਼ਰ ਨਾਲ ਪਿਆਰ ਬਣ We ਗਿਆ। have peace. ਆਪਣੇ ਆਪ ਨਾਲ ਸ਼ਾਂਤੀ ਬਣ ਗਈ ਆਪਣੇ ਆਪ ਨਾਲ ਪਿਆਰ ਬਣ ਗਿਆ ਗੁਆਂਢੀ ਦੇ ਨਾਲ ਸ਼ਾਂਤੀ ਬਣ ਗਈ ਗੁਆਂਢੀ ਨਾਲ ਵੀ ਪਿਆਰ And we have peace with God, and we have peace with ourselves, and we have peace with our neighbors, and now there's love in between all. ਸ਼ਾਂਤੀ ਤੋਂ ਬਾਅਦ ਇੱਕਦਮ ਖੁਸ਼ੀ ਆ ਜਾਏਗੀ ਤੁਹਾਡੇ And ਵਿੱਚ after you receive peace, you will receive joy right away. ਸ਼ਾਂਤੀ ਜਿਹੜੀ ਆ ਉਹ ਸਾਰੇ ਡਰ ਨੂੰ ਚੱਕ ਦੇਵੇਗੀ
ਕਿਉਂਕਿ ਜੇ ਡਰ ਆ ਬੰਦਾ ਸ਼ਾਂਤ ਨਹੀਂ ਹੋ ਰਹਿ ਸਕਦਾ, ਬੰਦਾ ਕੰਬਦਾ ਆ, ਬੰਦੇ ਨੂੰ ਡਰ ਲੱਗਿਆ ਹੋਇਆ ਆ, ਬੰਦਾ ਕੰਬ ਰਿਹਾ, ਤੜਫ ਰਿਹਾ ਆ, ਉਹਨੂੰ ਡਰ ਲੱਗਿਆ ਹੋਇਆ ਆ। ਲੇਕਿਨ ਜਦੋਂ ਪ੍ਰਭੂ ਨੇ ਕਿਹਾ ਸ਼ਾਂਤੀ ਹੋਵੇ, ਡਰ ਕਿਧਰੇ ਦੇ ਕਿਧਰੇ ਗਿਆ, ਉਹਨਾਂ ਦੇ ਵਿੱਚ ਗਹਿਰੀ ਸ਼ਾਂਤੀ ਆ ਗਈ। ਸੋ ਡਰ ਨੂੰ ਡਿਸਟਰੋਏ ਕਰ ਦਿੰਦੀ ਹੈ ਸ਼ਾਂਤੀ, ਤੇ ਜਦੋਂ ਡਰ ਜਾਂਦਾ ਆ ਸ਼ਾਂਤੀ ਤੋਂ ਬਾਅਦ ਇੱਕਦਮ ਉਹਦੇ ਖੁਸ਼ੀ ਆ ਗਈ। And at the time when there's a fear, then you cannot be in peace. And God said, peace be with you. Once you receive peace, right away, joy comes in you. ਅਗਲਾ ਵਰਸ ਦੇਖਾਂਗੇ ਆਪਾਂ, ਵਰਸ 20। And we're going to read, John 20:20। we're going to read the next verse now, John 20:20. ਹਾਂਜੀ। ਜੀ। ਇਹ ਕਹਿ ਕੇ ਉਹਨਾਂ ਚੇਲਿਆਂ ਨੂੰ ਆਪਣੇ ਹੱਥ ਦਿਖਾਏ ਅਤੇ ਵੱਖੀ ਦਿਖਾਈ। ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖੁਸ਼ ਹੋਏ। ਖੁਸ਼ੀ ਆ ਗਈ ਨਾ। And there's a ਡਰ joy ਕਿਧਰੇ now. ਕਿਧਰੇ ਗਿਆ। Man. Joy. ਸੋ ਪਹਿਲੇ ਨੰਬਰ ਤੇ ਪ੍ਰਭੂ ਯਿਸੂ ਮਸੀਹ ਨੇ ਸ਼ਾਂਤੀ ਦਿੱਤੀ, ਦੂਸਰੇ ਨੰਬਰ ਤੇ ਪ੍ਰਭੂ ਯਿਸੂ ਮਸੀਹ ਨੇ ਖੁਸ਼ੀ ਦਿੱਤੀ ਉਹਨਾਂ ਦੇ And ਵਿੱਚ। first thing, God gave him peace, and second thing, they received joy when Lord Jesus appeared there, and they were overjoyed, the word says, and they received joy at the time. ਜਦੋਂ ਖੁਸ਼ੀ ਆ ਗਈ, And when you have the joy, ਜਦੋਂ ਜੋਏ ਆ when you ਗਿਆ, have the joy, the joy of the Lord is my strength। the word says, the joy of the Lord is my strength. ਪਰਮੇਸ਼ਵਰ ਦੀ ਖੁਸ਼ੀ ਮੇਰੀ ਦਲੇਰੀ ਆ, ਮੇਰੀ Amen. ਤਾਕਤ ਹੈ। Hallelujah. Joy of the Lord is my strength. ਪ੍ਰਭੂ ਤੇ ਭੈਣੋ, ਪਰਮੇਸ਼ਵਰ ਦਾ ਵਚਨ ਦੇਖੋ ਅਗਲਾ ਵਰਸ ਕੀ ਕਹਿੰਦਾ ਹੈਗਾ, ਵਰਸ 21। And we're going to see, brothers and sisters, the next verse now, John 20, verse 21. ਹਾਂਜੀ। ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਵੀ ਤੁਹਾਨੂੰ ਘੱਲਦਾ ਹਾਂ। ਕੱਲੇ ਗਏ, Now, ਕੱਲੇ ਗਏ। now you've been sent out. ਜਿਸ ਤਰ੍ਹਾਂ ਪਰਮੇਸ਼ਰ ਨੇ ਮੈਨੂੰ ਘੱਲਿਆ ਆ, ਉਸ ਤਰ੍ਹਾਂ ਮੈਂ ਵੀ ਤੁਹਾਨੂੰ ਘੱਲਦਾ। As the Father has sent me, I am sending you. ਕੋਈ ਡਰ ਵਿੱਚ ਹੋਵੇ, ਤੁਸੀਂ ਡਰ ਵਾਲੇ ਨੂੰ ਘੱਲ ਨਹੀਂ ਸਕਦੇ ਬਈ ਆ ਜਾ ਕੇ ਕੰਮ ਕਰਕੇ ਆ, ਨਹੀਂ ਉਹ ਤਾਂ ਡਰੀ ਜਾ ਰਿਹਾ, ਉਹ ਤਾਂ ਕੰਬੀ ਜਾ ਰਿਹਾ। And if somebody is in fear, you cannot say to that person, hey, you go and go this work. He cannot go because he's shaking, he's in fear. ਪ੍ਰਭੂ ਨੇ ਆਪਣੀ ਸ਼ਾਂਤੀ ਦਿੱਤੀ ਪਹਿਲੇ ਨੰਬਰ First ਤੇ। thing, God gave us his peace. ਦੂਸਰੇ ਨੰਬਰ ਤੇ ਪ੍ਰਭੂ ਨੇ ਆਪਣੀ ਖੁਸ਼ੀ God ਦਿੱਤੀ। gave us his joy. ਤੀਸਰੇ ਨੰਬਰ ਤੇ ਪ੍ਰਭੂ ਨੇ ਦਲੇਰੀ ਦਿੱਤੀ, Number 3, God gave us boldness. ਕਿਉਂਕਿ ਜਦੋਂ ਦਲੇਰੀ ਦੇ ਵਿੱਚ ਹੈਗੇ ਨੇ, ਫਿਰ ਤੁਸੀਂ ਬੰਦੇ ਨੂੰ ਭੇਜ ਸਕਦੇ ਹੋ ਵੀ ਜਾਓ, ਜਿੱਦਾਂ ਪਰਮੇਸ਼ਰ ਨੇ ਮੈਨੂੰ ਭੇਜਿਆ, ਹੁਣ ਮੈਂ ਵੀ ਤੁਹਾਨੂੰ ਭੇਜਦਾ, ਜਾਓ ਜਾ ਕੇ ਦਲੇਰੀ ਦੇ ਵਿੱਚ ਪ੍ਰਚਾਰ If ਕਰੋ। only you are in boldness, then only God can say to you, now the way Father has sent me and now I am sending you. In boldness only you can go and preach the word of God. ਕਿਉਂਕਿ ਪ੍ਰਭੂ ਨੂੰ ਤੁਹਾਡੇ ਵਿੱਚ ਤਾਕਤ ਮਹਿਸੂਸ ਹੋ ਰਹੀ ਹੈ ਹੁਣ ਵੀ ਤੁਸੀਂ ਤਾਕਤਵਰ ਹੈਗੇ ਹੋ, ਉਹਦੇ ਵਿੱਚ ਡਰ ਮਹਿਸੂਸ ਨਹੀਂ ਹੋ ਰਿਹਾ। ਜੇ ਡਰ ਵਿੱਚ ਹੋ, ਪ੍ਰਭੂ ਤੁਹਾਨੂੰ ਕਦੇ ਨਹੀਂ ਭੇਜੇਗਾ, ਲੇਕਿਨ ਤੁਸੀਂ ਦਲੇਰੀ ਵਿੱਚ ਹੋ, ਪ੍ਰਭੂ ਤੁਹਾਨੂੰ ਭੇਜ ਰਿਹਾ ਹੈ ਵੀ ਜਾਓ, ਜਿਹੜਾ ਰੱਬ ਨੇ ਮੈਨੂੰ ਭੇਜਿਆ, ਪਿਤਾ ਨੇ ਮੈਨੂੰ ਭੇਜਿਆ, ਮੈਂ ਵੀ ਤੁਹਾਨੂੰ ਭੇਜਦਾ ਵੀ ਜਾਓ। And just like that, if God knows that you have boldness in you, that's the time he's going to send you. If you have fear in you, then there are other things to work on. That at the time first we need to deal with fear. But now that God has seen boldness in you, then he will send you in boldness, just the way he says, as the Father has sent me, I am sending you. ਪਹਿਲੇ ਨੰਬਰ ਤੇ ਸ਼ਾਂਤੀ ਦਿੱਤੀ, First- ਦੂਸਰੇ ਨੰਬਰ ਤੇ ਖੁਸ਼ੀ ਦਿੱਤੀ, First, peace. Number 2, joy. ਤੀਸਰੇ ਨੰਬਰ ਤੇ ਪਰਮੇਸ਼ਰ ਨੇ ਦਲੇਰੀ And ਦਿੱਤੀ, number 3, God gave boldness. ਚੌਥੇ ਨੰਬਰ ਤੇ ਪ੍ਰਭੂ ਨੇ ਉਹਨਾਂ ਨੂੰ ਭੇਜਿਆ, And number 4, God sent them out. ਇੱਕ ਮਕਸਦ ਦਿੱਤਾ, Gave them a purpose. ਇੱਕ ਕਾਲਿੰਗ ਦਿੱਤੀ। Gave them a calling. ਪੰਜਵੇਂ ਨੰਬਰ Number ਤੇ 5, ਪੜਾਂਗੇ ਆਪਾਂ ਭਰਾਵਾਂ ਤੇ ਭੈਣੋ, we're going to read. ਅਗਲਾ We're ਵਰਸ, going to read the next verse. ਵਰਸ 22। John 20, verse 22, sorry. ਹਾਂਜੀ। ਇਹ ਕਹਿ ਚੁੱਕਣ ਪਿੱਛੋਂ ਯਿਸੂ ਨੇ ਉਹਨਾਂ ਉੱਤੇ ਸਵਾਸ ਫੂਕਿਆ ਅਤੇ ਆਖਿਆ, ਪਵਿੱਤਰ ਆਤਮਾ ਲਵੋ। ਵਾਓ, Amen. Hallelujah. ਪੰਜਵੇਂ ਨੰਬਰ ਤੇ ਪ੍ਰਭੂ ਨੇ ਉਹਨਾਂ ਨੂੰ ਪਵਿੱਤਰ ਆਤਮਾ ਦਿੱਤਾ। And number 5, God gave them the Holy Spirit. ਪਵਿੱਤਰ ਆਤਮਾ ਕਿਸੇ ਨੂੰ ਮਿਲ ਨਹੀਂ ਸਕਦਾ ਜਦ ਤੱਕ ਉਹ ਦਲੇਰੀ ਦੇ ਵਿੱਚ ਨਾ ਖੜਾ And the ਹੋਵੇ। Holy Spirit you cannot receive if you are not standing in boldness.
ਜਦ ਤੱਕ ਉਹਨੇ ਉਹ ਕਾਲਿੰਗ ਉਹ ਮਿਸ਼ਨ ਸਵੀਕਾਰ ਨਾ ਕੀਤਾ ਹੋਵੇ ਪ੍ਰਭੂ ਨੇ ਕਿਹਾ ਜਿੱਦਾਂ ਮੈਨੂੰ ਪਿਤਾ ਨੇ ਭੇਜਿਆ ਮੈਂ ਵੀ ਤੁਹਾਨੂੰ ਭੇਜਦਾ ਆ ਉਹਨਾਂ ਨੇ ਕਿਹਾ ਆਮੇਨ ਪ੍ਰਭੂ ਜੀ ਅਸੀਂ ਤਿਆਰ ਆ ਜਾਣ ਵਾਸਤੇ ਫਿਰ ਪਵਿੱਤਰ ਆਤਮਾ ਉੱਤੇ ਆਇਆ ਜਿਹਨੇ ਜਾਣਾ ਹੀ ਨਹੀਂ ਉਹਨੂੰ ਪਵਿੱਤਰ ਆਤਮਾ ਕੀ And ਕਰੇਗਾ God said that the way Father sent me, I am sending you. And when they said, yes, amen, we are ready, Father, we are ready, God, to go out there. And that's the time the Holy Spirit came on. If you are in fear and you are not ready to go out, then the Holy Spirit is not going to do that work, that the purpose that is behind it. ਜਿੰਨਾ ਜ਼ਿਆਦਾ ਤੁਸੀਂ ਇਸ ਬੁਲਾਵੇ ਦੇ ਵਿੱਚ ਜਾਵੋਗੇ ਇਸ ਮਿਸ਼ਨ ਦੇ ਵਿੱਚ ਜਾਵੋਗੇ ਇਸ ਮਕਸਦ ਦੇ ਵਿੱਚ ਅੱਗੇ ਵਧੋਗੇ ਉਨਾ ਹੀ ਜ਼ਿਆਦਾ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤੁਹਾਡੇ ਉੱਤੇ ਉਤਰੇਗਾ ਤੁਹਾਡੇ ਉੱਤੇ ਅਨੋਇੰਟ ਕਰੇਗਾ ਤੁਹਾਨੂੰ ਹਜ਼ੂਰੀ ਦੇਵੇਗਾ More you will go and more you will work in your calling and more you will work towards your purpose, the Holy Spirit more and more will anoint you to work for Him. ਹਾਲੇਲੂਇਆ ਪ੍ਰਭੂ ਭੈਣੋ ਪ੍ਰਭੂ ਦਾ ਵਚਨ ਬਿਲਕੁਲ ਕਲੀਅਰ ਹੈ Brothers and sisters, God's word is very clear here ਕਿ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਹੈ that God has called you. ਹੁਣ ਤੁਸੀਂ ਸੋਚ ਸਕਦੇ ਹੋ ਕਿ ਬਸ ਅਸੀਂ ਕਿੱਦਾਂ ਜਾ ਸਕਦੇ ਹਾਂ ਇੱਥੇ ਤਾਂ ਸਿਰਫ ਪਾਸਟਰਸ ਜਾ ਸਕਦੇ ਹਨ ਪ੍ਰਚਾਰਕ ਜਾ ਸਕਦੇ And ਨੇ you probably say, well, Pastor Ji, how can we go? Only pastors or preachers can go in those places. ਇਹ ਮਿਸ਼ਨ ਜਿਹੜਾ ਖਾਸ ਮਿਸ਼ਨ ਆ ਇਹ ਤੁਹਾਡੇ ਮਿਸ਼ਨ ਦੇ ਵਿੱਚ ਇਹ ਮਿਸ਼ਨ ਨਜ਼ਰ ਆਵੇ And this special mission, you will actually see this mission in your calling. ਜਾਨੀ ਕਿ ਪ੍ਰਭੂ ਦੇ ਵੱਲੋਂ ਜਿੱਥੇ ਜਿੱਥੇ ਵੀ ਤੁਹਾਡਾ ਮਿਸ਼ਨ ਹੈ ਤੁਹਾਡਾ ਦੁਨੀਆ ਦਾ ਮਿਸ਼ਨ ਹੈ ਜਿਹੜੇ ਕੰਮ ਕਰਦੇ ਨੇ ਤੁਹਾਡੇ ਜਿਹੜੇ ਕੰਮ ਤੇ ਤੁਸੀਂ ਕਰਦੇ ਹੋ ਉਹ ਤੁਹਾਡਾ ਮਿਸ਼ਨ ਹੈ ਜਿਹੜਾ ਡਾਕਟਰ ਆ ਉਹਦਾ ਮਿਸ਼ਨ ਹੈ ਡਾਕਟਰੀ ਦਾ ਆ ਜਿਹੜਾ ਇੰਜੀਨੀਅਰ ਆ ਉਹਦਾ ਮਿਸ਼ਨ ਇੰਜੀਨੀਅਰ ਦਾ ਆ ਜਿਹੜਾ ਹੱਥ ਵਟਾਉਂਦਾ ਆ ਜਾਂ ਜਿਹੜੇ ਬੈਰੀਜ਼ ਚੁਗਣ ਵਾਸਤੇ ਜਾਂਦੇ ਨੇ ਉਹ ਜਾਂ ਪ੍ਰਭੂ ਦੇ ਵੱਲੋਂ ਜਿਹੜੇ ਬਾਹਰ ਮਿਹਨਤ ਦਾ ਕੰਮ ਕਰਦੇ ਨੇ ਜਿਹੜੇ ਟਰੱਕ ਚਲਾਉਂਦੇ ਨੇ ਜਿਹੜੇ ਬੱਸਾਂ ਚਲਾਉਂਦੇ ਨੇ ਜਿਹੜੇ ਗੱਡੀਆਂ ਚਲਾਉਂਦੇ ਨੇ ਉਹ ਮਿਸ਼ਨ ਆਉਣਾ ਉਸ ਮਿਸ਼ਨ ਦੇ ਵਿੱਚ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਆ ਆਪਣੇ ਮਿਸ਼ਨ ਦੇ And ਵਾਸਤੇ so, practically, whatever your mission on this earth is, your work, your job on this earth is, if you're a doctor, that's your mission. If you're a lawyer, that's your mission on this earth. You can be, let's say, even if you go to pick the berries, that's your mission. Or if you're a truck driver, bus driver, work in an office, anything you do, that's your mission. But God has called you to have your God's mission in your worldly mission. ਇੱਕ ਭਾਈ ਟਰੱਕ ਚਲਾ ਰਿਹਾ ਸੀਗਾ ਤੇ ਉਹਨੇ ਟਰੱਕ ਚਲਾਉਂਦੇ ਨੇ ਆਪਣੇ ਨਾਲ ਦੇ ਦੋਸਤ ਨੂੰ ਪ੍ਰਭੂ ਦਾ ਵਚਨ ਦੱਸਿਆ ਤੇ ਉਹਨੇ ਆਪਣਾ ਦਿਲ ਪ੍ਰਭੂ ਨੂੰ ਦਿੱਤਾ And one brother was driving his truck and he has another person with him in the truck and he shared the word of God with him and that other person received Lord Jesus as his savior. Hallelujah. ਇੱਕ ਭੈਣ ਬੇਰੀਆਂ ਤੁਰਨ ਜਾਂਦੀ ਸੀ ਲੇਕਿਨ ਬੇਰੀਆਂ ਤੋਂ ਵੀ ਜ਼ਿਆਦਾ ਉਹ ਜਾਨਾਂ ਨੂੰ ਤੋੜਨ ਜਾਂਦੇ ਸੀ And one sister used to go pick the berries, but actual fact, more than picking the berries, she used to pick the souls for the Lord. ਉਹ ਆ ਕੇ ਦੱਸਦੇ ਹੁੰਦੇ ਸੀ ਕਿ ਮੈਨੂੰ ਪਾਸੇ ਅੱਜ ਮੈਂ 2 ਜਣਿਆਂ ਨੂੰ ਵਚਨ ਦੱਸਿਆ ਅੱਜ ਮੈਂ 3 ਜਣਿਆਂ ਨੂੰ ਵਚਨ ਦੱਸਿਆ ਅੱਜ ਮੈਂ 4 ਜਣਿਆਂ ਨੂੰ ਵਚਨ ਦੱਸਿਆ And she when ਪ੍ਰਭੂ used ਤੇ to ਭੈਣੋ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉੱਥੇ ਹੀ ਤੁਹਾਡਾ ਮਿਸ਼ਨ ਆ ਉੱਥੇ ਹੀ ਤੁਸੀਂ ਪਰਮੇਸ਼ਰ ਦਾ ਵਚਨ ਦੂਜੇ ਤੱਕ ਪਹੁੰਚਾਉਣਾ ਹੈ And she used to come and she used to tell me, oh, Pastor Ji, today I shared the word with 2 people, shared the word with 4 people, with 5 people. She used to come and tell me that good news. So, brothers and sisters, whatever the mission, whatever your job is, that's when godly mission is going to work in that mission through you. ਜਦੋਂ ਤੁਸੀਂ ਮਿਸ਼ਨ ਨੂੰ ਸਵੀਕਾਰ ਕਰ ਲਿਆ ਤੁਸੀਂ ਤਿਆਰ ਹੋ ਹਮੇਸ਼ਾ ਪ੍ਰਭੂ ਦਾ ਵਚਨ ਸਾਂਝਾ ਕਰਨ ਵਾਸਤੇ ਗਵਾਹੀ ਸਾਂਝੀ ਕਰਨ ਵਾਸਤੇ ਆਪਣੀ ਉੱਥੇ ਪਵਿੱਤਰ ਆਤਮਾ ਤੁਹਾਡੇ ਉੱਤੇ ਸਾਫ਼ ਫੂਕਦਾ ਆ ਉੱਥੇ ਪਵਿੱਤਰ ਆਤਮਾ ਤੁਹਾਨੂੰ ਅਨੋਇੰਟ ਕਰਦਾ ਤੁਹਾਨੂੰ ਮਸਾ ਕਰਦਾ And whenever you say, yes, I am ready to take over this God's mission through my mission, that's the time when the Holy Spirit comes and breathes on you and anoints you. ਤੇ ਜਿਹੜਾ ਵੀ ਤੁਹਾਡੇ ਸ਼ਬਦਾਂ ਨੂੰ ਸਵੀਕਾਰ ਕਰੇਗਾ ਉਹ ਪ੍ਰਭੂ ਦੇ ਸ਼ਬਦਾਂ ਨੂੰ ਸਵੀਕਾਰ ਕਰੇਗਾ And whoever receives your word will be receiving God's words. ਉਹ ਆਪਣਾ ਦਿਲ ਖੋਲ ਕੇ ਯਿਸੂ ਮਸੀਹ ਨੂੰ ਸਵੀਕਾਰ And will ਕਰੇਗਾ open his heart and he will receive Lord Jesus as their Savior. ਜਦੋਂ ਹੀ ਕਿਸੇ ਨੇ ਪ੍ਰਭੂ ਯਿਸੂ ਨੂੰ ਸਵੀਕਾਰ ਕੀਤਾ And when somebody receives Lord Jesus as their Savior, ਤੁਸੀਂ ਉਦੋਂ ਹੀ ਉਹਦੇ ਸਿਰ ਤੇ ਹੱਥ ਰੱਖ ਕੇ ਦੁਆ ਕਰ ਸਕਦੇ ਹੋ ਤੇ ਕਹਿ ਸਕਦੇ ਹੋ ਤੇਰੇ ਪਾਪ ਮਾਫ and at that same time you can put your hand on him and you can pray for him and you can tell him that your sins have been forgiven.
23ਵਾਂ ਵਰਸ And we're ਦੇਖਾਂਗੇ going to see our next verse, John 20, verse 23. ਹਾਂਜੀ ਜੀ ਹਾਂ। ਹਾਂਜੀ ਜੇਕਰ ਤੁਸੀਂ ਕਿਸੇ ਦੇ ਪਾਪ ਮਾਫ ਕਰੋਗੇ ਤਾਂ ਉਹ ਮਾਫ ਹੋ ਜਾਣਗੇ ਅਤੇ ਜੇ ਤੁਸੀਂ ਮਾਫ ਨਾ ਕਰੋਗੇ ਤਾਂ ਉਹ ਨਹੀਂ ਮਾਫ ਕੀਤੇ ਜਾਣਗੇ। ਜੇ ਕਿਸੇ ਨੇ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਨਾ ਕੀਤਾ ਤਾਂ ਤੁਸੀਂ ਉਸ ਬੰਦੇ ਦੇ ਪਾਪ ਮਾਫ ਨਹੀਂ ਕੀਤੇ ਤੇ ਉਹ ਮਾਫ ਨਹੀਂ ਹੋਣਗੇ। ਲੇਕਿਨ ਜੇ ਕਿਸੇ ਨੇ ਪ੍ਰਭੂ ਯਿਸੂ ਨੂੰ ਸਵੀਕਾਰ ਕਰ ਲਿਆ ਤਾਂ ਤੁਸੀਂ ਸਿਰ ਤੇ ਹੱਥ ਰੱਖ ਕੇ ਕਹਿ ਸਕਦੇ ਹੋ ਤੇਰੇ ਪਾਪ ਮਾਫ ਹੋ ਗਏ ਤੇ ਉਹਦੇ ਪਾਪ ਮਾਫ ਹੋ And ਗਏ। if somebody didn't receive, they denied, or they are not receiving Lord Jesus as their Savior, so their sins won't be forgiven. But if somebody opens their heart and receive Lord Jesus as their Savior, you can definitely pray for them right there and tell them that their sins has been forgiven. Matthew 28 verse 18 We're going ਦਿਖਾਂਗੇ। to see in the book of Matthew 28, verse 18. ਜੀ ਹਾਂ। We're going to see book of Matthew, ਮਤੀ ਦੀ 28ਵੀਂ ਐਪ। ਹਾਂਜੀ ਹਾਂਜੀ ਮਤੀ 28:18 ਹਾਂਜੀ ਯਿਸੂ ਆਏ ਅਤੇ ਉਹਨਾਂ ਨੂੰ ਬੋਲੇ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਅਗਲਾ ਵਰਸ ਦੇਖੋ। And we're going to see verse 19 as well. ਇਸ ਲਈ ਜਾਓ, ਸਭ ਕੌਮਾਂ ਨੂੰ ਚੇਲੇ ਇਸ ਬਣਾਓ, ਲਈ। ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਤੇ ਬਪਤਿਸਮਾ ਦਿਓ। ਇਸ ਲਈ ਦਾ ਮਤਲਬ ਆ ਪ੍ਰਭੂ ਨੇ ਕਿਹਾ ਸਾਰਾ ਦੁਨੀਆ ਦਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ। ਜਦੋਂ ਪ੍ਰਭੂ ਨੇ ਕਿਹਾ ਮੈਨੂੰ ਦਿੱਤਾ ਗਿਆ ਹੈ ਆਪਾਂ ਨੂੰ ਵੀ ਨਾਲ ਹੀ ਮਿਲ ਗਿਆ। And it says, then Jesus came to them and said, all authority in heaven and earth, on earth has been given to me. When he said that, that means it's given to him, so it has been given to us. And next verse says, therefore go and make disciples of all nations. ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਦਾ ਸ਼ਰੀਰ ਹਾਂ। Because we are the body of Christ. ਜਦੋਂ ਪ੍ਰਭੂ ਯਿਸੂ ਨੇ ਡਿਕਲੇਅਰ ਕਰਤਾ ਵੀ ਸਾਰੀ ਦੁਨੀਆ ਦਾ ਅਧਿਕਾਰ ਸਵਰਗ ਦਾ ਤੇ ਧਰਤੀ ਦਾ ਮੈਨੂੰ ਮਿਲਿਆ ਆ, ਮੈਨੂੰ ਦਿੱਤਾ ਗਿਆ ਆ, ਜਾਨੀ ਕਿ ਉਹਦੇ ਸਰੀਰ ਨੂੰ ਵੀ ਦਿੱਤਾ ਗਿਆ ਆ। ਸੋ ਬੋਡੀ ਆਫ ਕ੍ਰਾਈਸਟ ਚਰਚ ਨੂੰ ਵੀ ਉਹ ਸਾਰਾ ਅਧਿਕਾਰ ਮਿਲਦਾ ਹੈ ਉਦੋਂ ਹੀ। When Lord Jesus declares that the authority in heaven and on the earth has been given to him, that means it has been given to us because we are the body of Christ, so the church has that same authority. ਮਰਕਸ 16:17 We're ਦੇਖਾਂਗੇ। going to see 17-18 Mark 16:18. 16-17-18 Mark chapter 16, verse 17 and 18. ਹੁਣ ਦੇਖੋ ਤੁਸੀਂ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੇ ਇਹ ਅਧਿਕਾਰ ਜਿਹੜਾ ਸਾਰਾ ਇਹ ਚਰਚ ਦੇ ਨਾਲ ਸ਼ੇਅਰ ਕਰ ਦਿੱਤਾ। ਸੋ ਪਹਿਲੇ ਨੰਬਰ ਤੇ ਪ੍ਰਭੂ ਆਪਾਂ ਨੂੰ ਸ਼ਾਂਤੀ ਦਿੰਦੇ ਨੇ, ਦੂਸਰੇ ਨੰਬਰ ਤੇ ਖੁਸ਼ੀ ਦਿੰਦੇ ਨੇ, ਤੀਸਰੇ ਨੰਬਰ ਤੇ ਦਲੇਰੀ ਦਿੰਦੇ ਨੇ, ਚੌਥੇ ਨੰਬਰ ਤੇ ਬੁਲਾਵਾ ਦਿੰਦੇ ਨੇ, ਖਾਸ ਮਕਸਦ ਦਿੰਦੇ ਨੇ, ਪੰਜਵੇਂ ਨੰਬਰ ਤੇ ਪਵਿੱਤਰ ਆਤਮਾ ਦਿੰਦੇ ਨੇ ਤੇ ਛੇਵੇਂ ਨੰਬਰ ਤੇ ਅਧਿਕਾਰ ਦਿੰਦੇ ਨੇ, ਅਥਾਰਟੀ ਦਿੰਦੇ ਨੇ ਆਪਾਂ ਨੂੰ। And so we have seen all the stuff that God we've been going through. First, He gives us peace, then He gives us boldness, and then He gives us a calling, and then Khushi. joy, and then calling, and then He gives us the Holy Spirit. ਹੋਲੀ ਸਪਿਰਿਟ ਤੋਂ ਬਾਅਦ ਪਰਮੇਸ਼ਰ ਆਪਾਂ ਨੂੰ ਦਲੇਰੀ ਦੇ ਰਹੇ ਹੈਗੇ ਨੇ, ਅਥਾਰਟੀ ਦੇ ਰਹੇ ਹੈਗੇ ਨੇ, ਅਧਿਕਾਰ ਦੇ ਰਹੇ ਹੈਗੇ। And after the Holy Spirit, then He gives us the authority, and we receive that authority after the Holy Spirit has been given to ਫਿਰ us. ਜਦੋਂ ਆਪਾਂ ਉਸ ਮਿਸ਼ਨ ਤੇ ਜਾਂਦੇ ਆ, ਭਾਵੇਂ ਆਪਣੇ ਗੁਆਂਢੀਆਂ ਨਾਲ ਮਿਸ਼ਨ ਹੋਵੇ, ਆਪਣੇ ਕੰਮ ਤੇ ਛੋਟਾ ਜਿਹਾ ਮਿਸ਼ਨ ਹੋਵੇ, ਜਦੋਂ ਤੁਸੀਂ ਜਾਓਗੇ ਉਸ ਮਿਸ਼ਨ ਤੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਗਿਆ ਆ, ਤੁਸੀਂ ਜਦੋਂ ਜਾਓਗੇ ਉਸ ਮਿਸ਼ਨ ਤੇ ਪਰਮੇਸ਼ਰ ਦਾ ਅਧਿਕਾਰ ਤੁਹਾਡੇ ਵਿੱਚ ਕੰਮ ਕਰੇਗਾ। And then when you will go on that mission, even though that mission is your telling your neighbors or at your work, even if it's a small work, at that time the authority you will have that will be is given to you through the Lord Jesus to go and tell the word of God. ਉੱਥੇ ਲੋਕਾਂ ਨੂੰ ਤੁਹਾਡੇ ਵਿੱਚ ਚਿੰਨ੍ਹ ਨਜ਼ਰ ਆਣਗੇ। And that's when the people will see those signs in you. ਔਰ ਦੇਖਿਏ ਵਚਨ ਕੀ ਕਹਿੰਦਾ And we're ਹੈ, gonna ਮਰਕਸ see- 16:17-18 We're going to see Mark chapter 16, verse 17 and 18. ਹਾਂਜੀ ਜੀ ਹਾਂ। ਵਿਸ਼ਵਾਸ ਕਰਨ ਵਾਲਿਆਂ ਦੇ ਲਈ ਇਹ ਚਿੰਨ੍ਹ ਹੋਣਗੇ, ਉਹ ਮੇਰਾ ਨਾਂ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ, ਜੇਕਰ ਉਹ ਆਪਣੇ ਹੱਥਾਂ ਨਾਲ ਸੱਪ ਚੁੱਕ ਲੈਣ ਜਾਂ ਜ਼ਹਿਰ ਵੀ ਪੀ ਲੈਣ, ਉਹਨਾਂ ਦਾ ਤਾਂ ਵੀ ਕੁਝ ਨਹੀਂ ਵਿਗੜੇਗਾ, ਉਹ ਰੋਗੀਆਂ ਉੱਤੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ। Amen. Hallelujah. Amen. ਇਹ ਚਿੰਨ੍ਹ ਨਾਲ ਚੱਲਣਗੇ ਉਹਨਾਂ ਸਾਰਿਆਂ ਦੇ ਜਿਹੜਿਆਂ ਨੇ ਪ੍ਰਭੂ ਯਿਸੂ ਮਸੀਹ 'ਚ ਵਿਸ਼ਵਾਸ ਕੀਤਾ ਹੈ। And these signs will accompany those who believe in Lord Jesus Christ. Hallelujah.
ਇਹ 6 ਦਾਤਾਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਨੇ ਮੁਰਦਿਆਂ ਤੋਂ ਜੀ ਉੱਠ ਕੇ ਆਪਣੇ ਚਰਚ ਦੇ ਨਾਲ ਸਾਂਝੀਆਂ ਕੀਤੀਆਂ। And these are some signs and some blessings that after the resurrection, Lord Jesus has shared these blessings with his church. ਪ੍ਰਭੂ ਦਾ ਵਚਨ ਆਖਦਾ ਆ 19ਵਾਂ ਤੇ 20ਵਾਂ ਵਰਸ ਪੜਾਂਗੇ। ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਇਹ ਕਹਿਣ ਤੋਂ ਬਾਅਦ ਉਹ ਸਾਰੇ ਚੇਲਿਆਂ ਦੇ ਸਾਹਮਣੇ ਤਹਾਨੂੰ ਚੁੱਕੇ ਗਏ। And we're going to read Mark 16, 19 and 20, that after saying this, Lord Jesus was lifted up in front of all the disciples to heaven. ਤੇ ਚੇਲੇ ਜਿਹੜੇ ਹੈਗੇ ਨੇ ਉਹ ਉਦਾਸ ਹੋ ਕੇ ਘਰ ਨੂੰ ਨਹੀਂ ਆ ਗਏ, ਬਲਕਿ ਉਹ ਵਚਨ ਜਿਹੜਾ ਪ੍ਰਭੂ ਨੇ ਉਹਨਾਂ ਨੂੰ ਦੱਸਿਆ ਸੀ ਉਹ ਫੜ ਲਿਆ ਉਹਨਾਂ ਨੇ ਤੇ ਉਸ ਵਚਨ ਦੇ ਮੁਤਾਬਿਕ ਹੀ ਜ਼ਿੰਦਗੀ ਬਤੀਤ ਕੀਤੀ। And at that time, those disciples did not get sad and just left and just went to their houses and just, start crying or anything. No, but the word that God had given them just before he parted, they worked on that work and started to preach the word of God all around the world. ਆਓ ਪੜਾਂਗੇ। ਹਾਂਜੀ, we're going to read Mark chapter 16 verse 19 and 20. ਹਾਂਜੀ। ਫਿਰ ਜਦੋਂ ਪ੍ਰਭੂ ਯਿਸੂ ਉਹਨਾਂ ਨਾਲ ਗੱਲਾਂ ਕਰ ਹਟੇ ਤਾਂ ਉਹ ਸਵਰਗ ਵਿੱਚ ਉਠਾ ਲਏ ਗਏ ਅਤੇ ਉਹ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠੇ। ਤਦ ਚੇਲਿਆਂ ਨੇ ਹਰ ਜਗ੍ਹਾ ਜਾ ਕੇ ਪ੍ਰਚਾਰ ਕੀਤਾ। ਪ੍ਰਭੂ ਉਹਨਾਂ ਦੇ ਸਹਾਇਕ ਸਨ। ਨਿਸ਼ਾਨ ਜਿਹੜੇ ਉਹਨਾਂ ਤੋਂ ਹੋ ਰਹੇ ਸਨ ਉਹਨਾਂ ਦੇ ਉਪਦੇਸ਼ ਦੀ ਸੱਚਾਈ ਨੂੰ ਸਿੱਧ ਕਰਦੇ ਸਨ। 7ਵੇਂ ਨੰਬਰ ਤੇ ਪ੍ਰਭੂ ਤੇ ਭੈਣਾਂ ਪਰਮੇਸ਼ਰ ਨੇ ਆਪਾਂ ਨੂੰ ਤਖਤ ਦਿੱਤਾ। And number 7, brothers and sisters, God has given us the throne. ਕਿਉਂਕਿ ਉਸ ਤਖਤ ਤੇ ਜਾ ਕੇ ਪ੍ਰਭੂ ਬਹਿ ਜਾਂਦੇ ਨੇ, ਉਹਨਾਂ ਦਾ ਸਰੀਰ ਬਹਿ ਜਾਂਦਾ ਆ ਤੇ ਆਪਾਂ ਵੀ ਪ੍ਰਭੂ ਯਿਸੂ ਮਸੀਹ ਦਾ ਸਰੀਰ ਰਿਪਰੈਜ਼ੈਂਟ ਕਰਦੇ ਹਾਂ। And number 7 is the throne, because Lord Jesus, his body goes and sits on that throne, and we too are the body of Christ. We represent the body of Christ. ਅੱਜ ਰੂਹਾਨੀ ਤੌਰ ਤੇ ਤੁਸੀਂ ਪਰਮੇਸ਼ਰ ਪਿਤਾ ਦੇ ਸੱਜੇ ਹੱਥ ਉਸ ਤਖਤ ਤੇ ਬੈਠੇ ਹੋਏ ਹੋ ਜਿਸ ਤਖਤ ਤੇ ਸ਼ੈਤਾਨ ਬਹਿਣਾ ਚਾਹੁੰਦਾ And ਸੀ। today, spiritually, you are sitting on the right side of the throne of Father. That's the throne where devil one day wanted to sit. ਹੁਣ ਕਈ ਵਾਰ ਭੈਣਾਂ ਮੈਨੂੰ ਸਵਾਲ ਪੁੱਛਦੀਆਂ ਨੇ, ਹਾਏ ਪਾਸਟਰ ਜੀ ਅਸੀਂ ਸ਼ੈਤਾਨ ਨਾਲ ਕੀ ਵਿਗਾੜਿਆ, ਉਹ ਇਦਾਂ ਕਰਦਾ ਸਾਡੇ ਪਿੱਛੇ ਹੱਥ ਧੋ ਕੇ ਪਿਆ ਆ। And some sisters say to me, Pastor Ji, what have we done to the devil? Why he is not leaving us alone? ਉਹ ਜੈਲਸੀ ਨਾਲ ਭਰਿਆ ਹੋਇਆ ਭੈਣੋ। ਉਹ ਜਿਹੜੇ ਤਖਤ ਤੇ ਉਹਨੇ ਬਹਿਣਾ ਸੀਗਾ ਉਸ ਤਖਤ ਤੇ ਪਰਮੇਸ਼ਰ ਨੇ ਸਾਨੂੰ ਬਿਠਾਤਾ, ਤਾਂ ਹੀ ਉਹ ਹੱਥ ਧੋ ਕੇ ਸਾਡੇ ਪਿੱਛੇ ਪਿਆ ਹੋਇਆ। And sisters, let me tell you, he's filled with jealousy because the throne he wanted to sit on, God had made us sit on that throne. So he is feeling jealous. ਉਹ ਕਈ ਵਾਰ ਭੈਣਾਂ ਕਈ ਵਾਰ ਕੀ ਕਹਿੰਦੇ ਹੈਗੇ ਨੇ, ਭੈਣ ਤੇ ਨੂੰ ਕੀ ਕਹਿੰਦੇ ਹੈਗੇ ਨੇ, ਦਰਾਣੀ ਜਠਾਣੀ ਮੇਰੇ ਖਿਆਲ ਕਹਿੰਦੇ ਨੇ, ਰਾਈਟ। ਕਈ ਵਾਰ ਦਰਾਣੀ ਜਠਾਣੀ ਦੇ ਵਿੱਚ ਜੈਲਸੀ ਪੈ ਜਾਂਦੀ ਹੈਗੀ ਆ, ਪਰ ਜਦੋਂ ਸ਼ਾਪਿੰਗ ਤੇ ਜਾਂਦੇ ਨੇ ਉਹ ਜਿਹੜਾ ਸੂਟ ਉਹਨੂੰ ਪਸੰਦ ਸੀਗਾ ਉਹ ਦਰਾਣੀ ਨੂੰ ਲੈ ਕੇ ਦੇ ਦਿੱਤਾ ਗਿਆ ਹੋਵੇ ਜਾਂ ਜਠਾਣੀ ਨੂੰ ਲੈ ਕੇ ਦੇ ਦਿੱਤਾ ਗਿਆ ਹੋਵੇ ਤੇ ਉਹਨਾਂ ਦੇ ਵਿੱਚ ਜੈਲਸੀ ਬਣ ਜਾਂਦੀ ਹੈ ਤੇ ਉਹਨੂੰ ਪੁੱਛ ਕੇ ਦੇਖੋ, ਹਾਂ ਇਹ ਤਾਂ ਮੈਂ ਲੈਣਾ ਸੀ, ਇਹਨੂੰ ਦਵਾਤਾ। And it's just like, in the sister-in-laws, let's say if somebody had to buy one outfit, but then they actually bought that outfit for the other sister-in-law, so there's a little jealousy happening there that, oh, I wanted to get that, but they got it for her. So it's the same scenario here. ਪਰਮੇਸ਼ਰ ਪਿਤਾ ਨੇ ਐਸੀ ਪੋਸ਼ਾਕ ਪਵਿੱਤਰਤਾ ਦੀ ਸਾਡੇ ਉੱਤੇ ਪਾ ਦਿੱਤੀ ਹੈ ਜਿਸ ਦੇ ਨਾਲ ਆਪਾਂ ਉਸ ਅਧਿਕਾਰ ਦੇ ਵਿੱਚ ਆ ਕੇ ਤੇ ਉਸ ਤਖਤ ਤੇ ਬੈਠੇ ਆ ਤੇ ਉਸ ਅਧਿਕਾਰ ਨਾਲ ਅਥਾਰਟੀ ਨਾਲ ਜਾਨਾਂ ਜਿਹੜੀ ਹੈਗੀਆਂ ਨੇ ਉਹ ਜਿਤਨੀਆਂ ਨੇ ਪਰਮੇਸ਼ਰ ਦੇ ਵਾਸਤੇ। And God has put that garment of holiness on us, and then we are there sitting on the right side of the throne. The church is right there. ਸ਼ੈਤਾਨ ਤੁਹਾਡੇ ਪੈਰਾਂ ਦੇ ਥੱਲੇ ਹੈ। And devil is under your feet. ਸ਼ਾਂਤੀ ਨਾਲ ਭਰੇ ਰਹਿਣਾ You ਹੈ, have to be filled with peace all the time. ਖੁਸ਼ੀ ਨਾਲ ਭਰੇ Filled ਰਹਿਣਾ ਹੈ, with joy all the time. ਦਲੇਰੀ ਨਾਲ ਭਰੇ ਰਹਿਣਾ ਹੈ, Boldness all the time. ਪ੍ਰਭੂ ਦੀ ਹਜ਼ੂਰੀ ਨਾਲ ਭਰੇ ਰਹਿਣਾ With ਹੈ, the presence of the Lord all the time. ਪਰਮੇਸ਼ਰ ਦੀ ਅਥਾਰਟੀ ਨਾਲ ਭਰੇ ਰਹਿਣਾ ਹੈ, Be with the anointing all the time. ਉਹਦੇ ਬੁਲਾਵੇ ਨਾਲ ਭਰੇ We ਰਹਿਣਾ need ਹੈ, to be filled with his purpose and calling on us. ਉਸ ਤਖਤ ਤੇ ਬੈਠੇ ਰਹਿਣਾ ਹੈ। We are continuously to sit on that throne. Amen. Amen. Hallelujah.
ਪ੍ਰਭੂ ਤੇ ਭੈਣੋ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। Brothers and sisters, may God bless you abundantly today. ਯਾਦ ਰੱਖੋ ਮੁਰਦਿਆਂ ਦੇ ਵਿੱਚੋਂ ਤੇ ਜੀ ਉੱਠ ਕੇ ਇਹ 7 ਬਰਕਤਾਂ ਪਰਮੇਸ਼ਰ ਨੇ ਆਪਣੇ ਚਰਚ ਨੂੰ ਦਿੱਤੀਆਂ। And remember, since Lord Jesus rose from the dead after resurrection, he has given these 7 blessings to his church. ਇਹਨੂੰ ਫੜੀ ਰੱਖੀਏ Let's hang on to them tightly. ਤੇ ਪ੍ਰਭੂ ਦੇ ਵਚਨਾਂ ਦੇ ਵਿੱਚ ਅੱਗੇ And ਵਧੀਏ। let's continue to be growing in the Word of God. ਕਿ ਜਿਉਂਦਾ ਪਰਮੇਸ਼ਰ ਉਹਦਾ ਚਿਹਰਾ ਤੁਹਾਡੇ ਵਿੱਚ ਨਜ਼ਰ ਆਵੇ। May the face of the living God be shown in you. ਪਰਮੇਸ਼ਰ ਪਿਤਾ Lord Father, ਯਿਸੂ ਮਸੀਹ ਜੀ ਦੇ ਪਵਿੱਤਰ ਤੇ ਤਾਕਤਵਰ ਨਾਮ ਦੇ ਵਿੱਚ ਅੱਜ ਇੱਕ ਦੇ ਲਈ ਤੁਹਾਡੀ ਬਰਕਤ ਚਾਹਨਾ ਹੈ ਜਿਨ੍ਹਾਂ ਨੇ ਤੁਹਾਡੇ ਵਚਨ ਨੂੰ ਸੁਣਿਆ ਤੇ ਸਵੀਕਾਰ ਕੀਤਾ। today I ask for blessings in the name of Jesus for every single person who received the word or who heard the word. ਕਿ ਪਰਮੇਸ਼ਰ ਪਿਤਾ ਦਾ May the ਪਿਆਰ love of Father, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ grace ਮਿਹਰ and mercy of Lord Jesus Christ, ਪਵਿੱਤਰ ਆਤਮਾ ਦੀ ਸੰਗਤੀ and the fellowship of the Holy Spirit ਸਭਨਾਂ be ਨਾਲ with ਹੋਵੇ everyone ਹਮੇਸ਼ਾ forever ਹਮੇਸ਼ਾ and ever. Amen. 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 Amen.